Hey guys, I hope you all are doing good. So today in this video lesson, we are going to discuss few important tips and tricks regarding cue card topic. Yes, part 2 of speaking, which is quite challenging for all of us. ਸੋ ਗਾਇਸ ਕਿਊ ਕਾਰਡ ਜਦੋਂ ਵੀ ਸਾਨੂੰ ਆਉਂਦਾ ਹੈ ਉਸ ਨੂੰ ਕਿਸ ਤਰ੍ਹਾਂ ਇਫੈਕਟਿਵ ਐਂਡ ਇੰਪ੍ਰੈਸਿਵ ਵੇ ਦੇ ਵਿੱਚ ਆਨਸਰ ਕਰਨਾ ਹੈ ਟੂਡੇ ਆਈਲ ਟੈਲ ਯੂ ਲਾਈਕ ਸਭ ਤੋਂ ਪਹਿਲਾਂ ਕਿਊ ਕਾਰਡ ਟੌਪਿਕ ਆਇਆ ਉਸ ਦੀ ਸਟਾਰਟਿੰਗ ਕਿਸ ਤਰ੍ਹਾਂ ਕਰਨੀ ਹੈ ਸਟਾਰਟਿੰਗ ਦੇ ਵਿੱਚ ਆਈ ਆਲਵੇਜ਼ ਰਿਕਮੈਂਡ ਕਿ ਤੁਸੀਂ ਇੱਕ ਜਨਰਲ ਸਟੇਟਮੈਂਟ ਦਿਓ ਨਾਓ ਵਾਟ ਆਰ ਦ ਬੈਨੀਫਿਟਸ ਆਫ ਗਿਵਿੰਗ ਅ ਜਨਰਲ ਸਟੇਟਮੈਂਟ ਵੈਨ ਯੂ ਗਿਵ ਅ ਜਨਰਲ ਸਟੇਟਮੈਂਟ ਇਟ ਟੇਕਸ ਯੂ ਫਿਊ ਸੈਕਿੰਡਸ ਤੁਹਾਡੇ ਕੁਝ ਟਾਈਮ ਲੰਘ ਜਾਂਦਾ ਹੈ ਨਾ ਤੁਸੀਂ ਕੰਫਰਟੇਬਲ ਹੋ ਜਾਂਦੇ ਹੋ ਐਂਡ ਉਹਦੇ ਨਾਲ ਯੂ ਪ੍ਰੋਵਾਈਡ ਅ ਹਾਈਲਾਈਟਿੰਗ ਫੀਚਰ ਟੂ ਦ ਐਗਜ਼ਾਮੀਨਰ ਦੈਟ ਵਾਟ ਆਈ ਐਮ ਗੋਇੰਗ ਟੂ ਸਪੀਕ in my body in the remaining cue card ਠੀਕ ਹੈ ਜਨਰਲ ਸਟੇਟਮੈਂਟ ਹੁਣ ਤੁਸੀਂ ਦੇਤੀ ਨਾਓ ਜਨਰਲ ਸਟੇਟਮੈਂਟ ਨੂੰ ਤੁਸੀਂ ਸਟਾਰਟ ਕਰ ਸਕਦੇ ਹੋ ਵਿਦ ਅ ਪਾਵਰ ਵਰਡ ਵਿਦ ਅ ਵਾਈਡ ਰੇਂਜ ਆਫ ਵੋਕੈਬਲਰੀ ਵਰਡਸ ਲਾਈਕ ਯੂ ਕੁਡ ਯੂਜ਼ ਇਨਐਵਿਟੇਬਲੀ ਅਨਡਾਊਟਡਲੀ ਵਿਦਾਊਟ ਐਨੀ ਕੁਆਮ ਵਿਦਾਊਟ ਐਨੀ ਡਾਊਟ ਮੀਨ ਸਟਾਰਟਿੰਗ ਤੋਂ ਹੀ ਇੱਕ ਪਾਵਰ ਵਰਡ ਪਾ ਦਿਓ ਸੋ ਦੈਟ ਐਗਜ਼ਾਮੀਨਰ ਵੀ ਉੱਥੇ ਇੰਪ੍ਰੈਸ ਹੋ ਜੇ Next is it is always wise to use an idiom in your general statement. Guys, idioms ਹੁਣ ਬਹੁਤ important role play ਕਰਦੇ ਆ like simple ਤੋਂ simple idioms ਵੀ ਤੁਸੀਂ use ਕਰ ਸਕਦੇ ਹੋ ਇਹ ਨਹੀਂ ਕਿ ਤੁਸੀਂ ਬਹੁਤ ਹਾਈ ਫਾਈ idioms ਨੂੰ ਪਹਿਲਾਂ learn ਕਰ ਲਓ ਬਟ ਉੱਥੇ ਜਾ ਕੇ ਭੁੱਲ ਜਾਓ ਹੁਣ ਸਾਰਿਆਂ ਨੂੰ ਇੱਕ idiom ਹੈ ਉਹ ਸਾਰਿਆਂ ਨੂੰ ਹੀ ਪਤਾ that is part and parcel ਸਿੱਧਾ use ਕਰ ਸਕਦੇ ਹੋ undoubtedly skills play a part and parcel role in every individual's life ਦੇਖੋ ਸਟਾਰਟਿੰਗ ਦੇ ਵਿੱਚ ਹੀ ਤੁਸੀਂ power word ਪਾਤਾ and starting ਦੇ ਵਿੱਚ ਇੱਕ idiom ਆ ਗਿਆ these things little things ਹੁੰਦੀਆਂ ਬਹੁਤ ਮਾਈਨਿਊਟ ਚੀਜ਼ਾਂ ਨੇ ਬਟ these matter a lot next general statement ਤੁਸੀਂ ਦੇਤੀ ਹੁਣ general statement ਤੋਂ ਬਾਅਦ ਜਨਰਲ ਸਟੇਟਮੈਂਟ ਦਾ ਬੋਡੀ ਦੇ ਨਾਲ ਬੀਪੀਸ ਦੇ ਨਾਲ ਇੱਕ ਲਿੰਕ ਬਣਾਉਣਾ ਹੈ ਨਾ ਉੱਥੇ ਤੁਹਾਨੂੰ ਹਮੇਸ਼ਾ ਇੱਕ ਲਾਈਨ ਯੂਜ਼ ਕਰਨੀ ਪਏਗੀ ਯੂ ਕੁਡ ਯੂਜ਼ ਈਦਰ ਹੇਅਰ ਆਈ ਵੁੱਡ ਲਾਈਕ ਟੂ ਟੇਕ ਐਨ ਅਪੋਰਚੁਨਿਟੀ ਟੂ ਡਿਸਕਸ ਅਬਾਊਟ ਡੈਸ਼ ਔਰ ਯੂ ਕੁਡ ਯੂਜ਼ ਆਈ ਐਮ ਗੋਇੰਗ ਟੂ ਟੈਲ ਯੂ ਅਬਾਊਟ ਡੈਸ਼ ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਲਾਈਨ ਤੁਸੀਂ ਯੂਜ਼ ਕਰ ਸਕਦੇ ਹੋ ਬਟ ਯੂਜ਼ ਕਰੋ ਇਟਸ ਮੈਂਡੇਟਰੀ ਸੋ ਦੈਟ ਐਗਜ਼ਾਮੀਨਰ ਨੂੰ ਪਤਾ ਲੱਗੇ ਕਿ ਇਹਦਾ ਲਿੰਕ ਬਣ ਗਿਆ ਇਹਨੇ ਪਹਿਲਾਂ ਇੱਕ ਸੈਪਰੇਟ ਚੀਜ਼ ਸੀ ਜਨਰਲ ਸਟੇਟਮੈਂਟ ਦਿੱਤੀ ਨਾਓ learner is going to explain about the body about the bullet points or if you are not giving general statement ਤੁਸੀਂ comfortable ਨਹੀਂ ਹੋ ਤੁਹਾਨੂੰ ਨਹੀਂ ਆ ਰਹੀ ਤਾਂ ਤੁਸੀਂ ਸਿੱਧਾ ਵੀ start ਕਰ ਸਕਦੇ ਹੋ here I would like to take an opportunity topic ਬਾਰੇ ਦੱਸੋ ਸਿੱਧਾ or here I am going to tell you about a goal which I have recently achieved ਤੁਸੀਂ ਸਿੱਧਾ start ਕਰ ਸਕਦੇ ਹੋ clear now ਹੁਣ ਤੁਹਾਡੇ ਬੁਲੇਟ ਪੁਆਇੰਟ ਸਟਾਰਟ ਹੋ ਗਏ ਉਹਨਾਂ ਨੂੰ 1 on 1 ਤੁਸੀਂ ਐਕਸਪਲੇਨ ਕਰਨਾ ਸਟਾਰਟ ਕਰੋ ਗਾਈਜ਼ ਇੰਪੋਰਟੈਂਟ ਟਿਪ ਹੇਅਰ ਇਜ਼ ਹਮੇਸ਼ਾ ਆਪਣੇ ਬੁਲੇਟ ਪੁਆਇੰਟਸ ਨੂੰ 1 ਮਿੰਟ ਦੇ ਵਿੱਚ ਹਲਕਾ ਹਲਕਾ ਸਾਰਿਆਂ ਨੂੰ ਚੱਕ ਲਓ ਇਹ ਨਹੀਂ ਕਿ ਮੈਂ ਪਹਿਲਾਂ 2 ਬੁਲੇਟ ਪੁਆਇੰਟਸ ਚੱਕੂੰਗਾ ਉਹਨਾਂ ਬਾਰੇ ਬਹੁਤ ਜ਼ਿਆਦਾ ਬੋਲੂੰਗਾ ਐਜ਼ ਇਟ ਕੁਡ ਹੈਪਨ ਕਿ ਐਗਜ਼ਾਮੀਨਰ ਤੁਹਾਨੂੰ ਵਿੱਚੇ ਹੀ ਸਟਾਪ ਕਰ ਦੇ ਤੇ ਤੁਹਾਡਾ ਲਾਸਟ ਵਾਲਾ ਬੁਲੇਟ ਪੁਆਇੰਟ ਤੁਸੀਂ ਬੋਲਣਾ ਹੀ ਰਹਿ ਜਾਓ ਇਨ ਦੈਟ ਸਿਚੁਏਸ਼ਨ ਯੂ ਵਿਲ ਡੈਫੀਨੇਟਲੀ ਲੂਜ਼ ਯੋਰ ਬੈਂਡਸ ਠੀਕ ਹੈ ਪਹਿਲੇ 1 ਮਿੰਟ ਦੇ ਵਿੱਚ ਹਲਕਾ ਹਲਕਾ ਸਾਰੇ ਬੁਲੇਟ ਪੁਆਇੰਟਸ ਚੱਕ ਲਓ ਇਸ ਤਰੀਕੇ ਨਾਲ ਆਪਣੀ ਪ੍ਰੈਕਟਿਸ ਕਰੋ ਬਿਫੋਰ ਐਗਜ਼ਾਮ ਨਾਓ ਹੁਣ ਸਾਨੂੰ ਬੋਲਣਾ ਪੈਂਦਾ ਫਸਟ ਆਫ ਆਲ ਹੈ ਨਾ ਉੱਥੇ ਅਸੀਂ ਇਨੀਸ਼ੀਅਲੀ ਅਸੀਂ ਯੂਜ਼ ਕਰਦੇ ਹਾਂ ਜਦੋਂ ਰੀਜ਼ਨਸ ਪ੍ਰੋਵਾਈਡ ਕਰਦੇ ਹੋ ਜਾਂ ਪੁਆਇੰਟਸ ਪ੍ਰੋਵਾਈਡ ਕਰਦੇ ਹੋ ਯੂ ਕੁਡ ਯੂਜ਼ ਅ ਵੈਰੀ ਇੰਪ੍ਰੈਸਿਵ ਵਰਡ ਵਿਚ ਇਜ਼ ਫॉर ਸਟਾਰਟਰਸ ਮੀਨਸ ਫਸਟ ਆਫ ਆਲ ਮੀਨਸ ਪਹਿਲਾਂ ਜਿਹੜੀ ਮੈਂ ਗੱਲ ਕਰ ਰਿਹਾ ਫॉर ਸਟਾਰਟਰਸ ਤੁਸੀਂ ਯੂਜ਼ ਕਰ ਸਕਦੇ ਹੋ ਗਾਈਜ਼ ਜਿਹੜੀਆਂ ਮੈਂ ਚੀਜ਼ਾਂ ਤੁਹਾਨੂੰ ਦੱਸ ਰਹੀ ਹਾਂ ਇਹ ਜ਼ਿਆਦਾ ਲਰਨਰਸ ਨਹੀਂ ਯੂਜ਼ ਕਰਦੇ ਸੋ ਇਫ ਯੂ ਇਨਕੋਰਪੋਰੇਟ ਥੀਸ ਈਡੀਅਮਸ ਈਡੀਓਮੈਟਿਕ ਟੋਨਸ ਔਰ ਫਰੇਜ਼ਿਸ ਔਰ ਥੀਸ ਗੁੱਡ ਲਾਈਨਸ ਇਨ ਯੂਰ ਸਪੀਕਿੰਗ ਤੁਹਾਡਾ 1 ਬੈਂਡ ਤਾਂ ਡੈਫੀਨੇਟਲੀ ਅਪ ਜਾਏਗਾ ਹੀ ਜਾਏਗਾ ਨੈਕਸਟ देयर आर टाइम्स ਜਦੋਂ ਤੁਹਾਨੂੰ ਬੋਲਣਾ ਪੈਂਦਾ ਹੈ ਅਬਾਊਟ ਦ ਪਾਸਟ ਲਾਈਕ ਚਾਈਲਡਹੁੱਡ ਬਾਰੇ ਜਾਂ ਤੁਸੀਂ ਹੁਣ ਜੌਬ ਕਰ ਰਹੇ ਹੋ ਸਕੂਲ ਬਾਰੇ ਕਾਲਜ ਬਾਰੇ ਜਾਂ ਕੋਈ ਪਾਸਟ ਦੀ ਕੋਈ ਗੱਲ ਬਾਰੇ ਤੁਹਾਨੂੰ ਦੱਸਣਾ ਪੈ ਰਿਹਾ ਹੈ ਦੈਨ ਯੂ ਕੁਡ ਯੂਜ਼ ਓਨੈਸਟਲੀ ਸਪੀਕਿੰਗ ਇਹ ਵਾਲੇ ਸਟਾਰਟਰਸ ਤੁਸੀਂ ਯੂਜ਼ ਕਰ ਸਕਦੇ ਹੋ ਔਰ ਕਨੈਕਟਰਸ ਆਈ ਮਸਟ ਸੇ honestly speaking to be honest generally speaking I vividly remember for instance ਤੁਹਾਨੂੰ childhood ਬਾਰੇ ਕੋਈ ਗੱਲ ਕਰਨੀ ਪੈ ਰਹੀ ਹੈ ਲਾਈਕ ਤੁਸੀਂ ਆਪਣੇ 18th ਬਰਥਡੇ ਦੀ ਗੱਲ ਕਰਨੀ ਹੈ ਜਾਂ ਫਿਰ ਤੁਸੀਂ 5th ਸਟੈਂਡਰਡ ਦੀ ਗੱਲ ਕਰਨੀ ਹੈ honestly speaking when I was in 5th standard I vividly remember on my 12th birthday so ਇਹ ਚੀਜ਼ਾਂ ਤੁਸੀਂ ਯੂਜ਼ ਕਰ ਸਕਦੇ ਹੋ ਜਦੋਂ ਤੁਸੀਂ ਇਸ ਤਰ੍ਹਾਂ ਦੇ ਵਰਡਸ ਇਡੀਓਮੈਟਿਕ ਟੋਨ ਯੂਜ਼ ਕਰਦੇ ਹੋ ਗਾਈਜ਼ ਇਟ ਸਾਊਂਡਸ ਕੁਆਇਟ ਨੈਚੁਰਲ ਇਹ ਨਹੀਂ ਹੁੰਦਾ ਕਿ ਤੁਸੀਂ ਕੋਈ ਚੀਜ਼ ਰੱਟ ਕੇ ਆਇਓ ਕ੍ਰੈਮ ਕਰਕੇ ਆਇਓ ਕਲੀਅਰ ਨੈਕਸਟ ਇਜ਼ ਹੁਣ ਕਈ ਵਾਰੀ ਸਿਚੁਏਸ਼ਨ ਆਉਂਦੀ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਬੋਲੀਏ ਕੀ ਲਾਈਕ ਮੈਂ ਬੋਲਣਾ ਸੀ ਕਿ ਉਸ ਟਾਈਮ ਤੇ ਮੈਂ ਇਹ ਚੀਜ਼ ਡਿਸਾਈਡ ਕੀਤੀ ਹੈ ਨਾ ਮੈਂ ਉੱਥੇ ਗਿਆ ਉਦੋਂ ਮੈਂ ਆ ਚੀਜ਼ ਕੀਤੀ
then you could use there and then. Yes, there and then I decided, there and then I made up my mind to go there to pursue my further education. ਇਸ ਤਰ੍ਹਾਂ ਤੁਸੀਂ use ਕਰ ਸਕਦੇ ਹੋ. The word is there and then. Remember guys, how to give an impressive conclusion guys. ਦੇਖੋ ਹੁਣ conclusion ਦੇ ਵਿੱਚ most of the cue cards ਦਾ ਅਗਰ ਤੁਸੀਂ ਨੋਟ ਕੀਤਾ ਹੋਵੇ, ਲਾਸਟ ਵਾਲਾ ਜਿਹੜਾ bullet point ਹੁੰਦਾ how you felt later on, how you felt about it, ਇਸ ਤਰ੍ਹਾਂ ਹੁੰਦੇ ਆ. ਐਂਡ ਜ਼ਿਆਦਾਤਰ ਉਹ ਪੋਜ਼ਿਟਿਵ ਵੇ ਦੇ ਵਿੱਚ ਹੀ ਹੁੰਦਾ ਹੈ. ਐਂਡ ਦੇ ਵਿੱਚ ਵੀ ਤੁਸੀਂ ਇੱਕ ਵਧੀਆ ਈਡੀਅਮ ਯੂਜ਼ ਕਰ ਸਕਦੇ ਹੋ. ਅਗਰ ਪੋਜ਼ਿਟਿਵ ਵਾਲਾ ਹੈ ਤਾਂ ਹੈਪੀਨੈਸ ਵਾਲਾ ਈਡੀਅਮ ਯੂਜ਼ ਕਰ ਦਿਓ, ਠੀਕ ਹੈ. ਅਗਰ ਕੋਈ ਹਾਰਡ ਵਰਕ ਵਾਲਾ ਸੀ ਤਾਂ ਉਸ ਤਰ੍ਹਾਂ ਦਾ ਈਡੀਅਮ ਯੂਜ਼ ਕਰ, ਅਗਰ ਸੈਡ ਮੋਮੈਂਟ ਵਾਲਾ ਤਾਂ ਉਸ ਤਰ੍ਹਾਂ ਦਾ ਈਡੀਅਮ ਯੂਜ਼ ਕਰ ਦਿਓ. ਬਟ ਜਾਂਦੇ ਜਾਂਦੇ ਇੱਕ ਈਡੀਅਮ ਵੀ ਜ਼ਰੂਰ ਯੂਜ਼ ਕਰਕੇ ਜਾਓ ਔਰ ਪਾਵਰ ਵਰਡ ਯੂਜ਼ ਕਰਕੇ ਜਾਓ. ਤੁਸੀਂ ਕਨਕਲੂਜਨ ਨੂੰ ਸਟਾਰਟ ਕਰ ਸਕਦੇ ਹੋ. ਹੁਣ ਤੁਹਾਡੀ ਬੋਡੀ ਖਤਮ ਹੋ ਗਈ, ਤੁਸੀਂ ਕਨਕਲੂਜਨ ਸਟਾਰਟ ਕਰਨਾ, ਯੂ ਕੁਡ ਯੂਜ਼ all in all. ਉਸ ਤੋਂ ਬਾਅਦ ਤੁਸੀਂ ਯੂਜ਼ ਕਰ ਸਕਦੇ ਹੋ I must agree, I must admit, for me. ਅਗਰ ਕੋਈ opinion ਦੇਣਾ ਹੈ ਤਾਂ ਤੁਸੀਂ use ਕਰ ਸਕਦੇ ਹੋ for me. All in all, I must agree it was a wonderful experience. All in all, I must admit that I felt over the moon after achieving this goal. ਇਸ ਤਰ੍ਹਾਂ ਤੁਸੀਂ use ਕਰ ਸਕਦੇ ਹੋ. So guys, ਇਹ ਵਾਲੀਆਂ ਚੀਜ਼ਾਂ ਬਹੁਤ minute. However, ਜਦੋਂ ਤੁਸੀਂ ਇਹਨਾਂ ਨੂੰ use ਕਰੋਗੇ, it will not only make your speaking impressive but also improve your band score. So I hope these tips and tricks will work for you. If you have any doubts, any queries, do write me in the comment section. Thank you so much. Bye bye. Take care.